गुड मॉर्निंग स्टूडेंट्स। ਅੱਜ ਅਸੀਂ ਪੜਾਂਗੇ ਪਾਠ ਨੰਬਰ 14 ਦਾ ਊਰਜਾ ਦੇ ਸੋਮੇ। तो बच्चों इस पाठ ਦੇ ਵਿੱਚ ਅਸੀਂ ਵੱਖ-ਵੱਖ ਊਰਜਾ ਦੇ ਸੋਮਿਆਂ ਬਾਰੇ ਪੜਾਂਗੇ। ਊਰਜਾ ਕੀ ਹੈ ਇਸ ਬਾਰੇ ਪੜਾਂਗੇ। ਪਾਰੰਪਰਿਕ ਊਰਜਾ ਦੇ ਸੋਮੇ ਕੀ ਹਨ, ਗੈਰ ਪਾਰੰਪਰਿਕ ਊਰਜਾ ਦੇ ਸੋਮੇ ਕੀ ਹਨ, ਇਸ ਸਾਰੀਆਂ ਚੀਜ਼ਾਂ ਬਾਰੇ ਅਸੀਂ ਇਸ ਚੈਪਟਰ 'ਚ ਪੜਾਂਗੇ। तो सारे नाल पहला ਅਸੀਂ ਗੱਲ ਕਰਦੇ ਹਾਂ ਊਰਜਾ ਕੀ ਹੈ। व्हाट इज एनर्जी? ਊਰਜਾ ਕੰਮ ਕਰਨ ਦੀ ਸਮਰੱਥਾ ਨੂੰ ਬੱਚਿਓ ਊਰਜਾ ਕਿਹਾ ਜਾਂਦਾ ਹੈ। ਕੋਈ ਵੀ ਅਸੀਂ ਵਰਕ ਕਰਦੇ ਹਾਂ, ਕੰਮ ਕਰਦੇ ਹਾਂ, ਉਹ ਅਸੀਂ ਕਿਸ ਦੀ ਸਹਾਇਤਾ ਦੇ ਨਾਲ ਕਰਦੇ ਹਾਂ? ਊਰਜਾ ਦੀ ਸਹਾਇਤਾ ਦੇ ਨਾਲ ਕਰਦੇ ਹਾਂ। ਜੇ ਅਸੀਂ ਮਨੁੱਖੀ ਸਰੀਰ ਦੀ ਗੱਲ ਕਰੀਏ, ਮਨੁੱਖ ਦੀ ਗੱਲ ਕਰੀਏ ਤੇ ਮਨੁੱਖ ਜਿਹੜਾ ਹੈ ਉਹ ਵੀ ਸਾਰੇ ਕੰਮ ਆਪਣੇ ਜਿਹੜੇ ਹੈ ਆਪਣੇ ਅੰਦਰ ਜਿਹੜੀ ਊਰਜਾ ਭੋਜਨ ਤੋਂ ਪੈਦਾ ਹੋ ਰਹੀ ਹੈ ਉਸ ਨਾਲ ਕੰਮ ਕਰ ਰਿਹਾ ਹੈ। ਜੇ ਅਸੀਂ ਗੱਡੀਆਂ ਦੇ, ਮੋਟਰਸਾਈਕਲ, ਕਾਰਾਂ ਦੇ ਚੱਲਣ ਦੀ ਗੱਲ ਕਰੀਏ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਊਰਜਾ ਜਿਹੜੀ ਹੈ ਪੈਟਰੋਲ, ਡੀਜ਼ਲ ਤੋਂ ਮਿਲਦੀ ਪਈ ਹੈ, ਉਸ ਦੇ ਨਾਲ ਚੱਲ ਰਹੇ ਹਨ। ਤਾਂ ਊਰਜਾ ਦੀ ਜਿਹੜੀ ਡੈਫੀਨੇਸ਼ਨ ਹੈ, ਪਰਿਭਾਸ਼ਾ ਹੈ, ਉਹ ਕੀ ਹੈ? ਕੰਮ ਕਰਨ ਦੀ ਸਮਰੱਥਾ ਨੂੰ ਅਸੀਂ ਊਰਜਾ ਕਰਨੇ ਆ। ਕੈਪੈਸਿਟੀ ਟੂ ਡੂ ਵਰਕ ਇਜ਼ ਕਾਲਡ એનર્ਜੀ। ਹੁਣ ਬੱਚਿਓ ਸਵਾਲ ਇਹ ਪੈਦਾ ਹੁੰਦਾ ਹੈ ਬਈ ਊਰਜਾ ਜਿਹੜੀ ਹੈ ਉਹ ਅਸੀਂ ਕਿਸ ਤਰ੍ਹਾਂ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕਰ ਸਕਦੇ ਹਾਂ। तो बच्चों ऊर्जा ਜਿਹੜੀ ਹੈ ਅਸੀਂ ਦੇਖੋ ਸੂਰਜ ਤੋਂ ਊਰਜਾ ਪ੍ਰਾਪਤ ਕਰ ਸਕਦੇ ਹਾਂ, ਪੈਟਰੋਲ ਹੈ, ਡੀਜ਼ਲ ਹੈ, ਕੋਇਲਾ ਹੈ, ਇਹਨਾਂ ਸਾਰੀਆਂ ਵਸਤਾਂ ਤੋਂ ਅਸੀਂ ਜਿਹੜੀ ਹੈ ਊਰਜਾ ਪ੍ਰਾਪਤ ਕਰ ਸਕਦੇ ਹਾਂ। ਜਿਹੜਾ ਵੀ ਅਸੀਂ ਬਾਲਣ ਪ੍ਰਯੋਗ ਦੇ ਵਿੱਚ ਬੱਚਿਓ ਲਿਆਨੇ ਹਾਂ ਉਹ ਵਧੀਆ ਹੋਣਾ ਚਾਹੀਦਾ ਹੈ, ਚੰਗਾ ਹੋਣਾ ਚਾਹੀਦਾ, ਉਸ ਦੇ ਕੁਝ ਖਾਸ ਗੁਣ ਹੋਣੇ ਚਾਹੀਦੇ ਹਨ ਜਿਸ ਕਰਕੇ ਅਸੀਂ ਕਹਿ ਸਕਨੇ ਹਾਂ ਵੀ ਇਹ ਬਾਲਣ ਜਿਹੜਾ ਹੈ ਵਧੀਆ ਹੈ। तो ਬਾਲਣ ਜਿਹੜਾ ਹੈ ਉਹ ਕਿਹੜਾ ਵਧੀਆ ਅਸੀਂ ਮੰਨਦੇ ਹਾਂ? ਇੱਕ ਤੇ ਬਾਲਣ ਜਿਹੜਾ ਹੈ ਉਹ ਸਸਤਾ ਹੋਣਾ ਚਾਹੀਦਾ ਹੈ। पहला पॉइंट ਕੀ ਹੋ ਗਿਆ? ਬਾਲਣ ਜਿਹੜਾ ਹੈ ਸਸਤਾ ਹੋਣਾ ਚਾਹੀਦਾ ਹੈ। ਦੂਸਰਾ, ਬਾਲਣ ਵੱਧ ਊਰਜਾ पैदा करने वाला होना चाहिए है। ठीक है, इस जिहड़ा बालन असीं कहने भी वधिया है उस दे विच वध ऊर्जा पैदा करने की समर्था जिहड़ी है वो होनी चाहिए है। हरेक थां ते आसानी नाल उपलब्ध हो गए। ठीक है जी, हर एक ਥਾਂ ਤੇ ਆਸਾਨੀ ਨਾਲ ਉਪਲਬਧ ਹੋਵੇ। ਵਧੀਆ ਬਾਲਣ ਤੇ ਅਸੀਂ ਉਹਨੂੰ ਹੀ ਕਵਾਂਗੇ ਨਾ ਜਿਹੜਾ ਸਾਨੂੰ ਹਰ ਥਾਂ ਤੇ ਮਿਲੇ। ਜੇ ਅਸੀਂ ਪਿੰਡ 'ਚ ਰਹਿੰਦੇ ਹਾਂ ਤੇ ਪਿੰਡ 'ਚ ਮਿਲੇ, ਸ਼ਹਿਰ 'ਚ ਰਹਿੰਦੇ ਹਾਂ ਸ਼ਹਿਰ ਦੇ ਵਿੱਚ ਮਿਲੇ, ਉਹਨੂੰ ਹੀ ਅਸੀਂ ਵਧੀਆ ਬਾਲਣ ਕਵਾਂਗੇ। ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਸੌਖਾ ਹੋਵੇ। ਤਾਂ ਵਧੀਆ ਬਾਲਣ ਨੂੰ ਜਿਹੜਾ ਹੈ ਇੱਕ ਥਾਂ ਤੋਂ ਅਸੀਂ ਦੂਜੀ ਥਾਂ ਤੇ ਲੈ ਕੇ ਸੌਖੇ ਤਰੀਕੇ ਨਾਲ ਲੈ ਕੇ ਜਾ ਸਕੀਏ, ਉਹਨੂੰ ਟਰਾਂਸਪੋਰਟ ਕਰ ਸਕੀਏ, ਉਸ ਨੂੰ ਅਸੀਂ ਵਧੀਆ ਬਾਲਣ ਆਖਦੇ ਹਾਂ। ਪੰਜਵਾਂ ਪੁਆਇੰਟ, ਇਸ ਦਾ ਭੰਡਾਰ ਕੀਤਾ ਜਾ ਸਕੇ। ठीक है जी, तो वधिया बालन है जिसका असी भंडार कर सके, जिसनों असी स्टोर कर सके। तो इस दे विच असी बच्चों एक चंगे बालन दे गुण पढ़े हैं। गुण, चंगे बालन दे गुण ऊपर असी पढ़िया है। पहला असी टॉपिक पढ़िया है ऊर्जा। ऊर्जा मैं तुहानूं दस्सिया है काम करन दी समर्था नूं असी ऊर्जा आखदे हां। काम करन दी समर्था
ठीक है जी, कैपेसिटी टू डू वर्क। ऊर्जा ਨੂੰ ਇੰਗਲਿਸ਼ ਅਸੀਂ ਕਹਿੰਦੇ ਹਾਂ એનર્ਜੀ। एनर्जी तो इंग्लिश की डेफिनेशन की है कैपेसिटी टू डू वर्क। बालन ਨੂੰ ਅਸੀਂ इंग्लिश कहने हैं फ्यूल। फ्यूल ठीक है जी। तो ये ਅਸੀਂ ऊर्जा के बारे भी पढ़ लिया भी ऊर्जा की है, किहड़े-किहड़े स्रोतां तो सानू ऊर्जा प्राप्त होंदी है। ठीक है। दूसरा ਅਸੀਂ पढ़ लिया बई फ्यूल की है, बालन की है ते उसके गुण की हैं। हुण असीं बच्चे पढ़ते हाँ पारंपरिक ऊर्जा के सोमे। पारंपरिक ऊर्जा के ਸੋਮੇ। ਪਾਰੰਪਰਿਕ ਊਰਜਾ ਦੇ ਸੋਮਿਆਂ ਤੋਂ ਕੀ ਭਾਵ ਹੈ, ਜਿਹੜੇ ਅਸੀਂ ਰੂਟੀਨ ਦੇ ਵਿੱਚ ਆਪਣੇ ਦੈਨਿਕ ਜੀਵਨ ਦੇ ਵਿੱਚ ਊਰਜਾ ਦੇ ਸੋਮਿਆਂ ਤੋਂ ਊਰਜਾ ਪ੍ਰਾਪਤ ਕਰਦੇ ਹਾਂ, ਉਹਨਾਂ ਨੂੰ ਅਸੀਂ ਪਾਰੰਪਰਿਕ ਊਰਜਾ ਦੇ ਸੋਮੇ ਕਹਿੰਦੇ ਹਾਂ। ਠੀਕ ਹੈ। तो पहली उदाहरण है पारंपरिक ऊर्जा के सोमियां दी पथराट बालन। पथराट बालन, पथराट बालन में इंग्लिश असीं कहने हैं बच्चों फॉसिल फ्यूल। फॉसिल फ्यूल। तो पथराट बालन पढ़ने तो पहला बच्चों ये समझना जरूरी है भी पथराट की हैं या फॉसिल जिहड़े हैं वो की हैं। देखो पथराट तो बच्चों भाव है जिहड़े जीव जंतु मर जाते हैं या जिहड़े ट्रीज ने रुख ने वो धरती की उथल पुथल करके जो धरती के हेठां नप्पे जाते हैं तो उन्हां दे जिहड़े धरती के हेठां दबे जाण करके जिहड़े अवशेष बनते हैं, ਜਿਹੜੀ कह लो उन्हां दी रहन खूंद बचदी है, अवशेष बचते हैं, उन्हां दे नाल पथराट बनते हैं। उन्हां नूं की कहने असीं पथराट या फॉसिल। ठीक है जी। तो जदों ये जिहड़े अवशेष ने जिहड़े पथराट ने ये हज़ारां लखां साल धरती की सतह के हेठां दबे रहिंदे हन। तो धरती की सतह के हेठां बच्चों बहुत उच्च दबाव है ते बहुत ही उच्च तापमान है। टैंपरेचर जिहड़ा है, तापमान जिहड़ा है, तापमान भी हाई है ते दबाव प्रेशर जिन्हों असीं कहने हैं प्रेशर भी जिहड़ा है वो बहुत हाई है। इस कारण जिहड़े वो जीवां दे अवशेष ने या रुख ने जिहड़े कि धरती दे हेठां दबे गए ने वो हौली हौली बालन दे विच बदल जांदे ने। उदाहरण के तौर पर एग्जाम्पल ले लीए असीं कोयला दी। ठीक है जी। तो कोयला जिहड़ा है वो किस तरह बने, जिहड़े रुख धरती के हेठां दबे गए ने उच्च दबाव उच्च तापमान के उपर वो हौली हौली कोयले च बदल गए। जिहड़े जीव जंतु धरती के हेठां दबे गए, समुद्रां के हेठां दबे गए, उन्हां दे नाल की बन गया, पेट्रोल बन गया, डीजल बन गया। ठीक है जी। तो ये जिहड़ियां सारे बालन ने, ये सारे बालन जिहड़े ने ये की ने फॉसिल फ्यूल ने या पथराट बालन ने। ठीक है जी। असीं धरती दे विचों कच्चा तेल प्राप्त करते हैं, समुद्रां दे विचों कच्चा तेल प्राप्त करते हैं। वो कित्थों बनिया, जिहड़े समुद्री जीव धरती समुद्र के हेठां दबे गए या धरती के हेठां दबे गए, उन्हां दे उच्च दबाव ते उच्च तापमान के उपर ਜਿਹੜੇ ਉਹਨਾਂ ਦੇ ਅਵਸ਼ੇਸ਼ ਹੀ ਉਹਨਾਂ ਤੋਂ ਬਾਲਣ ਪੈਦਾ ਹੋ ਗਿਆ। ਫਿਰ ਅਸੀਂ ਉਹਨਾਂ ਪੈਟਰੋਲ ਜਿਹੜਾ ਪੈਟਰੋਲੀਅਮ ਪਦਾਰਥ ਸਾਨੂੰ ਧਰਤੀ 'ਚੋਂ ਪ੍ਰਾਪਤ ਹੋ ਰਹੇ ਨੇ ਉਹਨਾਂ ਨੂੰ ਰਿਫਾਈਨਰੀਜ਼ ਦੇ ਵਿੱਚ ਲੈ ਕੇ ਜਾਂਦੇ ਆ। ਰਿਫਾਈਨਰੀਜ਼ ਦੇ ਵਿੱਚ ਅਸੀਂ ਉਹਨਾਂ ਨੂੰ ਸ਼ੁੱਧ ਕਰਨੇ ਆ। ਸ਼ੁੱਧ ਕਰਨ ਦੇ ਉਹਨਾਂ ਤੋਂ ਪੈਟਰੋਲ ਬਣਦਾ ਹੈ, ਡੀਜ਼ਲ ਬਣਦਾ ਹੈ, LPG ਗੈਸ ਬਣਦੀ ਹੈ ਜਿਹਨੂੰ ਅਸੀਂ ਲਿਕੁਇਡ ਪੈਟਰੋਲੀਅਮ ਲਿਕੁਇਫਾਈਡ ਪੈਟਰੋਲੀਅਮ ਗੈਸ ਕਹਿੰਦੇ, ਜਿਹੜੀ ਅਸੀਂ ਘਰਾਂ ਦੇ ਵਿੱਚ ਸਿਲੰਡਰਾਂ ਦੇ ਵਿੱਚ ਵਰਤਨੇ ਹਾਂ। तो ये सारे पदार्थ जिहड़े ने ये बनते हैं। इन्हां सारे बालन जिहड़े फ्यूल्स ने इन्हां नूं असीं की कहने हां, पथराट बालन
ਜਾਂ ਫੋਸਿਲ ਫਿਊਲ। तो बच्चों मैनू उम्मीद है कि तुहानू पथराट बालन का मतलब समझ आ गया होगा। एक बारी फिर रिपीट कर लेने। पथराट की हैं, जिहड़े जीव जंतु हज़ारां लखां साल पहला मर गए, धरती के हेठां दबे गए, उन्हां दे जिहड़े अवशेष ने उन्हां नू असीं पथराट कहने हां। उन्हां दे अवशेषां तो, उन्हां दे पथराटां तो, उन्हां दे फॉसिल्स तो बालन बन गए, फ्यूल बन गए, जिन्हां नू असीं की कहने हां, फॉसिल फ्यूल कहने हां या पथराट बालन कहने हां। आ इन्हां दी एग्जांपल्स ने, कोल हो गया, पेट्रोल हो गया, डीजल हो गया। ठीक है जी। तो बच्चों ये जिहड़े पथराट बालन ने, इन्हां दे बालन दे नाल सानू बहुत सारी ऊर्जा प्राप्त हुंदी है। असी अपने कारखाने चल रहे ने, फैक्ट्रियां चलदियां पईयां, डीजल दे नाल ही चलदियां पईयां ने, मोटर कारां चलदियां पईयां, पेट्रोल डीजल नाल चलदियां, घरां 'च असी खाना बनाउण लई इन्हां दा प्रयोग करदे पए हां। ठीक है। तो ये जिहड़े बालन ने, ਇਹ ਜਿਹੜੇ ਅਸੀਂ ਲੱਕੜ ਬਾਲਦੇ ਹਾਂ ਘਰਾਂ ਦੇ ਵਿੱਚ ਜਾਂ ਗੋਹੇ ਦੇ ਉਪਲੇ ਬਾਲਦੇ ਹਾਂ, ਉਹਨਾਂ ਦੇ ਨਾਲੋਂ ਇਹ ਬਾਲਣ ਜਿਹੜੇ ਨੇ ਵਧੀਆ ਨੇ, ਕਿਉਂਕਿ ਉਹਨਾਂ ਬਾਲਣ ਦੇ ਨਾਲ ਇੱਕ ਤੇ ਊਰਜਾ ਜਿਹੜੀ ਹੈ ਉਹ ਘੱਟ ਪ੍ਰਾਪਤ ਹੁੰਦੀ ਹੈ, ਦੂਸਰਾ ਉਹਨਾਂ ਦੇ ਨਾਲ ਪੋਲੂਸ਼ਨ ਪੈਦਾ ਹੁੰਦਾ ਹੈ। ਪੋਲੂਸ਼ਨ ਕੀ ਹੈ? प्रदूषण पैदा होता है हवा दे विच, जो बेलोड़े तत्त जिहड़े हन वो शामिल हो जाते हैं। ठीक है। तुसीं देखदे ना घरां 'च असीं जे पिंडां दे विच असीं वेखने आ, उपले गोहे दे उपले बाल दिंदे ने या लकड़ां बाल दिंदे ने, ਉਹਦੇ ਨਾਲ बहुत सारा धुआं पैदा ਹੁੰਦਾ। ਉਹ ਧੂਆਂ ਕੀ ਹੈ? ਉਹਦੇ 'ਚ ਜ਼ਹਿਰੀਲੀਆਂ ਗੈਸਾਂ ਨੇ, ਨਾਈਟ੍ਰੋਜਨ ਆਕਸਾਈਡਸ ਨੇ, ਸਲਫਰ ਡਾਈਆਕਸਾਈਡ ਹੈ। ਠੀਕ ਹੈ ਜੀ। तो ਉਹਦੇ ਨਾਲ ਜਿਹੜਾ ਹੈ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਪਰ ਜਿਹੜੇ ਇਹ ਬਾਲਣ ਨੇ, ਜਿਸ ਤਰ੍ਹਾਂ ਪੈਟਰੋਲ ਹੈ, LPG ਹੈ, ਠੀਕ ਹੈ, ਇਹਨਾਂ ਦੇ ਨਾਲ ਘੱਟ ਪ੍ਰਦੂਸ਼ਣ ਜਿਹੜਾ ਹੈ ਪੈਦਾ ਹੁੰਦਾ ਹੈ। LPG ਦਾ ਪੂਰਾ ਨਾਮ ਬੱਚੋ ਲਿਖ ਲਓ। LPG ਲਿਕੁਇਫਾਈਡ ਪੈਟਰੋਲੀਅਮ ਗੈਸ। ਇਹ ਵੀ ਸਵਾਲ ਜਿਹੜਾ ਹੈ ਪੇਪਰਾਂ 'ਚ ਪੁੱਛਿਆ ਜਾਂਦਾ ਹੈ। ਬਟ ਇਹ ਪੂਰਾ LPG ਦਾ ਪੂਰਾ ਨਾਮ ਕੀ ਹੈ? ਲਿਕੁਇਫਾਈਡ ਪੈਟਰੋਲੀਅਮ ਗੈਸ। तो ये सी बच्चों पथराट बालना बारे। अगे जिहड़ा है असी दूसरा जिहड़ा गैर पारंपरिक ऊर्जा का सोमा है वो है दूसरा गैर पारंपरिक ऊर्जा का सोमा है थर्मल पावर प्लांट। थर्मल पावर प्लांट बच्चों थर्मल का मतलब है ताप। ठीक है जी। ताप तो जिहड़ी असी ऊर्जा प्राप्त करते हैं उस नूं असी बिजली ऊर्जा च बदल दिंदे हां। ਹੁਣ ਤਾਪ ਊਰਜਾ ਅਸੀਂ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ? ਦੇਖੋ, ਇਹਦੇ ਲਈ ਅਸੀਂ ਜਿਹੜਾ ਸਾਡੇ ਕੋਲ ਪਥਰਾਟ ਬਾਲਣ ਨੇ, ਕੋਇਲਾ ਹੈ, ਉਸ ਨੂੰ ਜਲਾਉਂਦੇ ਹਾਂ। ਵੱਡੇ ਵੱਡੇ ਪਲਾਂਟਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਥਰਮਲ ਪਾਵਰ ਪਲਾਂਟਸ। ਇਹਨਾਂ ਥਰਮਲ ਪਾਵਰ ਪਲਾਂਟਸ ਦੇ ਵਿੱਚ ਅਸੀਂ ਕੋਇਲੇ ਨੂੰ ਗਰਮ ਕਰਦੇ ਹਾਂ। ਹੁਣ ਜਦੋਂ ਅਸੀਂ ਕੋਇਲੇ ਨੂੰ ਗਰਮ ਕਰਨੇ ਹਾਂ ਤੇ ਉਸ ਦੇ ਨਾਲ ਊਰਜਾ ਪੈਦਾ ਹੋਏਗੀ। ਉਸ ਊਰਜਾ ਦੇ ਨਾਲ ਅਸੀਂ ਪਾਣੀ ਗਰਮ ਕਰਦੇ ਹਾਂ। ਵੱਡੇ ਵੱਡੇ ਬੋਇਲਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਨੂੰ ਗਰਮ ਕੀਤਾ ਜਾਂਦਾ ਹੈ। ਪਾਣੀ ਜਦੋਂ ਗਰਮ ਹੁੰਦਾ ਹੈ ਤੇ ਉਹ ਕਿਹਦੇ 'ਚ ਬਦਲ ਜਾਂਦਾ ਹੈ? ਭਾਫ਼ ਦੇ ਵਿੱਚ। ਪਾਣੀ ਨੂੰ ਪਹਿਲਾਂ ਅਸੀਂ ਗਰਮ ਕੀਤਾ, ਵਾਟਰ ਨੂੰ ਹੀਟ ਕੀਤਾ, ਪਾਣੀ ਕਿਹਦੇ 'ਚ ਬਦਲ ਗਿਆ? ਭਾਫ਼ 'ਚ, ਸਟੀਮ 'ਚ ਵਿੱਚ ਬਦਲ ਗਿਆ। ਹੁਣ ਜਿਹੜੀ ਸਟੀਮ ਹੈ ਇਸ ਨੂੰ ਅਸੀਂ ਟਰਬਾਈਨ ਘੁਮਾਉਣ ਦੇ ਕੰਮ ਲਿਆਉਂਦੇ ਹਾਂ। ਜਦੋਂ ਟਰਬਾਈਨ ਜਿਹੜੀ ਹੈ ਉਹ ਘੁੰਮੇਗੀ, ਟਰਬਾਈਨ ਦੇ ਨਾਲ ਅੱਗੇ ਜਨਰੇਟਰ ਹੁੰਦੇ ਨੇ। ਠੀਕ ਹੈ ਜੀ। ਉਹ ਜਿਹੜੇ ਜਨਰੇਟਰ ਨੇ ਉਹਨਾਂ ਤੋਂ ਅਸੀਂ ਬਿਜਲੀ ਪ੍ਰਾਪਤ ਕਰਦੇ ਹਾਂ। ਬਿਜਲੀ ਇੱਕ ਵਾਰੀ ਫਿਰ ਸਮਝ ਲਓ, ਜਿਹੜੀ ਤਾਪ ਊਰਜਾ ਤੋਂ ਹੀ ਬਿਜਲੀ ਕਿਸ ਤਰ੍ਹਾਂ ਬਣਾਉਂਦੇ ਹਾਂ। ਤਾਪ ਊਰਜਾ ਦੇ ਲਈ ਅਸੀਂ ਵੱਡੇ ਵੱਡੇ ਪਾਵਰ ਪਲਾਂਟਸ ਬਣਾਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਥਰਮਲ ਪਾਵਰ ਪਲਾਂਟ ਜਾਂ ਤਾਪ ਊਰਜਾ ਘਰ। ਤਾਪ
ਊਰਜਾ ਘਰ। ਠੀਕ ਹੈ ਜੀ। ਇਹਨਾਂ ਦੇ ਵਿੱਚ ਪਾਣੀ ਦੇ ਨਾਲ, ਪਾਣੀ ਨੂੰ ਅਸੀਂ ਗਰਮ ਕਰਦੇ ਹਾਂ, ਪਾਣੀ ਨੂੰ ਗਰਮ ਕੀਤਾ, ਤਾਪ ਊਰਜਾ, ਤਾਪ, ਉਸ ਤੋਂ ਭਾਫ ਬਣੀ, ਭਾਫ। ਠੀਕ ਹੈ ਜੀ। ਭਾਫ ਦੇ ਨਾਲ ਅਸੀਂ ਕੀ ਚਲਾਈਆਂ, ਟਰਬਾਈਨ। ਟਰਬਾਈਨ ਚੱਲੇਗੀ, ਗੋਲ ਘੁੰਮੇਗੀ ਟਰਬਾਈਨ, ਤੇ ਟਰਬਾਈਨ ਦੇ ਨਾਲ ਅੱਗੇ ਅਸੀਂ ਕੀ ਲਾਇਆ ਹੈ, ਜਨਰੇਟਰ। ਜਨਰੇਟਰ ਤੋਂ ਤੁਹਾਨੂੰ ਪਤਾ ਹੈ ਬਿਜਲੀ ਪੈਦਾ ਹੋ ਜਾਂਦੀ ਹੈ। तो इस तरह बच्चों असी ताप ऊर्जा के नाल बिजली ऊर्जा जिहड़ी है पैदा करने हैं। इस नाल असी एक घर दे विच भी इहदा प्रयोग जिहड़ा है वो असी कर सकने हाँ। कुकर सारिਆਂ ਦੇ ਘਰਾਂ 'ਚ अवेलेबल है। कुकर लईए, एक कुकर दे विच पानी भरीए। ठीक है जी। पानी भर के ते उस नूं मान लो आ एक असी ठीक है आ कुकर दे विच असीं की कर लिया पानी। प्रेशर कुकर है, प्रेशर कुकर जिहदे च असीं रोटी बनाने हाँ। आ इहदे विच की भरता असीं पानी, इस नूं गरम कीता, गरम करन ते हुण गरम करन ते की होएगा, आ जिहड़ा पानी है इस तो की बनेगी, भाफ बनेगी। भाफ बनेगी। इथों विसल ला के इहदे नाल एक पाइप ला लो। ठीक है जी। तो आ जिहड़ी पाइप लाने दे नाल जिहड़ी भाफ है वो इथों नोजल एक ला लो भी तेजी गति दे नाल भाफ बाहर निकले। अगले पासे एक टरबाइन बना सकने हैं असीं। किस तरह, एक बॉल, टेनिस बॉल लैके उहनूं एक पॉइंट ते इस तरह फिक्स करके ते उहदे नाल असीं उहदे विच 3 या 4 ਜਿਹੜੇ ਨੇ ਉਹ ਲੋਹੇ ਦੇ ਪਲੇਟ ਲਾ ਦਈਏ। ਜਦੋਂ ਭਾਫ ਇਹਨਾਂ ਲੋਹੇ ਦੇ ਪਲੇਟਾਂ ਤੇ ਪਏਗੀ ਤੇ ਇਹ ਬਾਲ ਜ਼ੋਰ ਦੀ ਘੁੰਮੇਗੀ, ਇੱਕ ਟਰਬਾਈਨ ਦਾ ਕੰਮ ਕਰੇਗੀ। ਇਹ ਟਰਬਾਈਨ ਦੇ ਨਾਲ ਅੱਗੇ ਅਸੀਂ ਇੱਕ ਛੋਟਾ ਜਿਹਾ ਡਾਇਨਮੋ ਲਾਇਆ ਦਾ, ਠੀਕ ਹੈ ਜੀ। ਇਹਦੇ ਨਾਲ ਇੱਕ ਛੋਟਾ ਜਿਹਾ ਅਸੀਂ ਬਲਬ ਲਾਇਆ ਦਾ, ਇੰਡੀਕੇਟਰ, ਛੋਟਾ ਬਲਬ ਲਾਇਆ ਦਾ ਹੈ। ਜਦੋਂ ਇਹ ਟਰਬਾਈਨ ਜਿਹੜੀ ਬॉल ਅਸੀਂ ਟਰਬਾਈਨ ਬਣਾਈ ਹੈ ਬॉल ਦੇ ਨਾਲ, ਇਹ ਘੁੰਮੇਗੀ, ਇਹਦੇ ਨਾਲ ਇਹ ਡਾਇਨਮੋ ਜਿਹੜਾ ਹੈ ਘੁੰਮੇਗਾ ਤੇ ਇਹ ਬਲਬ ਜਿਹੜਾ ਹੈ, ਇੰਡੀਕੇਟਰ ਜਿਹੜਾ ਹੈ ਉਹ ਜਗ ਪਏਗਾ। तो ਇਹ ਘਰ ਦੇ ਵਿੱਚ ਅਸੀਂ ਇਹ ਪ੍ਰਯੋਗ ਬੱਚਿਓ ਕਰ ਸਕਦੇ ਹਾਂ ਵੀ ਕਿਸ ਤਰ੍ਹਾਂ ਅਸੀਂ ਥਰਮਲ ਪਾਵਰ ਪਲਾਂਟ ਦੇ ਵਿੱਚ ਊਰਜਾ ਪੈਦਾ ਹੁੰਦੀ ਹੈ। ਇਸ ਪ੍ਰਯੋਗ ਤੋਂ ਸਾਨੂੰ ਬੜੀ ਵਧੀਆ ਅਸੀਂ ਊਰਜਾ ਜਿਹੜੀ ਹੈ, ਬਲਬ ਇੰਡੀਕੇਟਰ ਜਿਹੜਾ ਹੈ ਜਗੇਗਾ। तो ਇਹ ਵੀ ਇੱਕ ਬੜੀ ਵਧੀਆ ਐਗਜ਼ਾਮਪਲ ਹੈ ਥਰਮਲ ਪਾਵਰ ਪਲਾਂਟ ਨੂੰ ਸਮਝਣ ਦੀ। ਹੁਣ ਬੱਚਿਓ ਅਸੀਂ ਪੜ੍ਹਦੇ ਹਾਂ ਹਾਈਡਰੋ ਪਾਵਰ ਪਲਾਂਟ। ਹਾਈਡਰੋ पावर प्लांट। हाइड्रो का मतलब है पानी। ठीक है जी। पन या पानी, हाइड्रो पावर प्लांट। ये पावर प्लांट तुसी सारे जानते हो भी डैम जिहड़े बनाए जाते हैं, बड़े बड़े डैम, जिस तरह भाखड़ा डैम है, थीम डैम है, महाराजा रणजीत सिंह सागर डैम है। इन्हां डैमां दे विच असीं पानी तो बिजली पैदा करते हैं। इन्हां नूं असीं कहने हां हाइड्रो। हाइड्रो का मतलब मैं तुहानूं दस्सिआ है कि हुंदा है पानी, पावर का मतलब ऊर्जा, प्लांट। ठीक है। पानी तो ऊर्जा जिहड़ी है बच्चों किस तरह बनती है मैं तुहानूं समझाउणा है। देखो जिहड़ा पानी है उस नूं बड़े बड़े डैम बना के स्टोर किया जाता है। ठीक है। आ मान लो एक डैम बनिया दा है। ठीक है। आ डैम दे मगरले पासे जिहड़ी है पानी नूं स्टोर किया जाता है। डैम दी जिहड़ी झील कह लो, ये झील बनाई दी है डैम दी। कभी डैम देखण जाओ तो तुसीं देखोगे डैम वड्डा सारा डैम है तो उहदे पिछले पासे जिहड़ा है पानी नूं स्टोर किया दा है। वड्डी सारी झील बनाई दी है पानी दी। ठीक है। उस झील दे विच पानी नूं स्टोर किया दा है हाइट दे उपर। जदों बच्चों किसी भी वस्तु नूं एक हाइट दे उपर लैके जाने हैं ना ਤੇ ਉਸ ਦੇ ਵਿੱਚ ਇੱਕ ਊਰਜਾ ਪੈਦਾ ਹੋ ਜਾਂਦੀ ਹੈ ਜਿਸ ਨੂੰ ਕਹਿੰਦੇ ਆ ਪੋਟੈਂਸ਼ੀਅਲ એનર્ਜੀ। ਕਿਹੜੀ એનર્ਜੀ? ਪੋਟੈਂਸ਼ੀਅਲ એનર્ਜੀ।
और पंजाबी च कहने आ स्थितिज ऊर्जा। स्थितिज ऊर्जा मतलब ਉਹਦੀ स्थिति करके, ਮੰਨ ਲਓ ਅਸੀਂ ਇੱਥੋਂ ਕੋਈ ਚੀਜ਼ ਹੱਥ 'ਚ ਫੜੀ ਜ਼ਮੀਨ ਤੋਂ, ਤਾਂ ਇਹਦਾ ਮਤਲਬ ਉਹਦੇ 'ਚ ਕਿਹੜੀ ਊਰਜਾ ਆ ਗਈ, ਪੋਟੈਂਸ਼ੀਅਲ એનર્ਜੀ ਆ ਗਈ, ਸਥਿਤੀ ਊਰਜਾ ਆ ਗਈ। ਹੁਣ ਅਸੀਂ ਜਦੋਂ ਡੈਮ ਦੇ ਵਿੱਚ ਪਾਣੀ ਨੂੰ ਹਾਈਟ ਦੇ ਉੱਪਰ ਸਟੋਰ ਕਰ ਲੈਂਦੇ ਹਾਂ, ਆਹ ਗਰਾਊਂਡ ਲੈਵਲ ਹੈ, ਇੱਥੇ ਸਟੋਰ ਕਰ ਲੈਂਦੇ ਹਾਂ, ਤੇ ਪਾਣੀ ਦੇ ਵਿੱਚ ਕਿਹੜੀ ਊਰਜਾ ਆ ਗਈ, ਸਥਿਤੀ ਊਰਜਾ ਆ ਗਈ। ਹੁਣ ਪਾਣੀ ਨੂੰ ਅਸੀਂ ਇੱਥੋਂ ਥੱਲੇ ਜਾਣ ਦਿੰਦੇ ਹਾਂ, ਇੱਥੋਂ ਪਾਣੀ ਬੜੇ ਤੇਜ਼ੀ ਦੇ ਨਾਲ ਥੱਲੇ ਡਿੱਗਦਾ ਪਿਆ, ਠੀਕ ਹੈ ਜੀ, ਥੱਲੇ ਡਿੱਗਦਾ ਪਿਆ। ਹੁਣ ਜਿਹੜੀ ਸਥਿਤੀ ਊਰਜਾ ਸੀ ਨਾ ਪਾਣੀ ਦੀ, ਉਹ ਕਿਹਦੇ 'ਚ ਬਦਲ ਗਈ, ਕਾਇਨੈਟਿਕ એનર્ਜੀ 'ਚ। ਕਾਇਨੈਟਿਕ એનર્ਜੀ मतलब ਗਤਿਜ ਊਰਜਾ। ਜਿਹੜਾ ਪਾਣੀ ਝੀਲ ਦੇ ਵਿੱਚ ਆਰਾਮ ਨਾਲ ਪਿਆ ਦਾ ਸੀ, ਉਹ ਜਦੋਂ ਥੱਲੇ ਆਇਆ ਤੇ ਬੜੇ ਜ਼ੋਰ ਦੇ ਨਾਲ ਉਹਨੇ ਵਗਣਾ ਸ਼ੁਰੂ ਕਰਤਾ ਅੱਗੇ। ਹੁਣ ਜਦੋਂ ਪਾਣੀ ਥੱਲੇ ਡਿੱਗਿਆ ਤੇ ਅਗਲੇ ਪਾਸੇ ਇੱਥੇ ਕੀ ਲਾਈ ਦੀਆਂ ਨੇ ਪਾਣੀ 'ਚ ਟਰਬਾਈਨਾਂ। ਪਾਣੀ ਨੂੰ ਸੁਰੰਗਾਂ ਦੇ ਵਿੱਚੋਂ ਲੰਘਾਇਆ ਜਾਂਦਾ ਹੈ, ਜਿਹੜੀਆਂ ਡੈਮ ਦੇ ਅਗਲੇ ਪਾਸੇ ਬਣਾਈਆਂ ਨੇ। ਸੁਰੰਗਾਂ ਦੇ ਵਿੱਚੋਂ ਜਦੋਂ ਤੇਜ਼ ਗਤੀ ਦੇ ਨਾਲ ਪਾਣੀ ਲੰਘਦਾ ਹੈ ਤੇ ਉਹਦੇ 'ਚ ਕੀ ਲੱਗੀਆਂ ਨੇ, ਟਰਬਾਈਨਾਂ ਲੱਗੀ ਦੀਆਂ ਨੇ। ਟਰਬਾਈਨਾਂ ਜਿਹੜੀਆਂ ਨੇ ਉਹ ਅੱਗੋਂ ਜਨਰੇਟਰ ਨਾਲ ਲੱਗੀਆਂ ਨੇ। ਜਦੋਂ ਟਰਬਾਈਨ ਘੁੰਮੇਗੀ ਤੇ ਜਨਰੇਟਰ ਵੀ ਚੱਲੇਗਾ, ਤੇ ਜਨਰੇਟਰ ਦੇ ਨਾਲ ਕੀ ਪੈਦਾ ਹੋਏਗੀ, ਬਿਜਲੀ ਪੈਦਾ ਹੋਏਗੀ। तो ये बन गया साडा हाइड्रो पावर प्लांट। ठीक है जी, एक बार फिर समझ लो, हाइड्रो पावर प्लांट वो प्लांट है जिहड़ा कि असी पानी दे नाल बिजली पैदा करते हैं। इस लई वड्डे वड्डे डैम बनाए जाते हैं, उचाई के उपर पानी नूं स्टोर किया जाता है झील दे विच, जिस नाल पानी दे विच पोटेंशियल एनर्जी आ जाती है या स्थितिज ऊर्जा आ जाती है। ਜਦੋਂ ਪਾਣੀ ਨੂੰ ਉਚਾਈ ਤੋਂ ਥੱਲੇ ਸੁੱਟਿਆ ਜਾਂਦਾ ਹੈ, ਸਥਿਤਿਜ ਊਰਜਾ ਕਿਹਦੇ 'ਚ ਬਦਲ ਜਾਂਦੀ ਹੈ, ਕਿਨੈਟਿਕ એનર્ਜੀ ਜਾਂ ਗਤਿਜ ਊਰਜਾ 'ਚ ਬਦਲ ਜਾਂਦੀ ਹੈ। ਗਤਿਜ ਊਰਜਾ ਦੇ ਵਿੱਚ ਬਦਲਣ ਕਾਰਨ ਤੇਜ਼ ਗਤੀ ਨਾਲ ਜਦੋਂ ਪਾਣੀ ਸੁਰੰਗਾਂ ਦੇ ਵਿੱਚ ਲੰਘਾਇਆ ਜਾਂਦਾ ਹੈ, ਜਿੰਨਾ 'ਚ ਟਰਬਾਈਨਾਂ ਫਿੱਟ ਹੁੰਦੀਆਂ ਹਨ, ਟਰਬਾਈਨਾਂ ਘੁੰਮਦੀਆਂ ਹਨ। ਟਰਬਾਈਨਾਂ ਜਿਹੜੀਆਂ ਹੈ ਕੋਈ ਜਨਰੇਟਰ ਨਾਲ ਚੱਲਦੀ ਘੁੰਮੀ ਲੱਗੀਆਂ ਨੇ, ਜਨਰੇਟਰ ਚੱਲਦਾ ਹੈ। ਜਨਰੇਟਰ ਜਦੋਂ ਚੱਲਦਾ ਹੈ ਤੇ ਬਿਜਲੀ ਪੈਦਾ ਜਿਹੜੀ ਹੈ ਉਹ ਹੁੰਦੀ ਹੈ। तो इस तरह बच्चों ये सन गैर परंपरिक ऊर्जा के सोमे। अगले लैक्चर ਦੇ ਵਿੱਚ ਅਸੀਂ ਪੜਾਂਗੇ ਵੀ ਜਿਹੜੇ ਗੈਰ ਪਰੰਪਰਿਕ ਹੋਰ ਸੋਮੇ ਨੇ ਉਹਨਾਂ ਦੇ ਵਿੱਚ ਅਸੀਂ ਨਵੀਆਂ ਤਕਨੀਕਾਂ ਅਪਣਾ ਕੇ ਕਿਸ ਤਰ੍ਹਾਂ ਜਿਹੜੇ ਹੈ ਹੋਰ ਵਧੀਆ ਤਰੀਕੇ ਦੇ ਨਾਲ ਬਿਜਲੀ ਜਿਹੜੀ ਹੈ ਪੈਦਾ ਕਰ ਸਕਦੇ ਹਾਂ। ਅੱਜ ਦੇ ਲੈਕਚਰ 'ਚ ਇੰਨਾ ਹੀ ਕਾਫੀ ਹੈ। ਪੇਜ ਆਪਣਾ ਪਾਠ ਨੰਬਰ 14 ਜਿਹੜੀਆਂ ਤੁਹਾਡੀਆਂ ਕਿਤਾਬਾਂ ਨੇ ਤੁਹਾਨੂੰ ਮੈਂ ਈ ਬੁੱਕਸ ਵੀ ਦਿੱਤੀਆਂ ਨੇ, ਦੂਜੀਆਂ ਬੁੱਕਸ ਵੀ ਤੁਹਾਡੇ ਕੋਲ ਹੋਣਗੀਆਂ। ਉਹਨਾਂ ਤੋਂ ਪਾਠ ਨੰਬਰ 14 ਪੜ੍ਹੋ ਤੇ ਇਹਨਾਂ ਨੂੰ ਯਾਦ ਕਰੋ। ਧੰਨਵਾਦ।